ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਤੋਂ ਵਿਸ਼ਾ ਵਿਚਾਰ ਅਧੀਨ ਲਿਆ ਹੋਇਆ ਹੈ ਸੁਣ ਸੁਮਾਦ। ਪਰਮਾਤਮਾ ਨੇ ਆਪਣੇ ਨਿਜ ਨਿਰੰਕਾਰ ਰੂਪ ਤੋਂ ਤੱਤਵਾਂ ਦੀ ਸਿਰਜਣਾ ਕਰਕੇ ਆਪਣੇ ਆਪੇ ਤੋਂ ਹੀ ਫਿਰ ਉਹਨਾਂ ਦੇ ਸੰਯੋਗ ਨਾਲ ਕਿਸੇ ਆਪਣੀ ਹੀ ਕੁਦਰਤੀ ਨਿਯਮ ਅਨੁਸਾਰ ਇਹ ਜੀਵਾਂ ਦੀ ਰਚਨਾ ਕੀਤੀ, ਕਾਇਨਾਤ ਦੀ, ਸੰਸਾਰ ਦੀ ਰਚਨਾ ਕੀਤੀ। ਪੰਜ ਤੱਤ ਕਰ ਤੁਲਸੀ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕੋਈ ਹੋਰ ਤੱਤ ਕੋਈ ਛੇਵਾਂ ਨਹੀਂ ਕਰ ਸਕਦਾ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨ ਮੁਖ ਕਰੇ ਸਿਰ ਹੋਵੇ। ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਮਿਲਾ ਕੇ ਤੇ ਇਹ ਗੱਲ ਸਮਝਾ ਦਿੰਦਾ ਹੈ, ਗੁਰੂ ਪ੍ਰਭੂ ਦੀ ਗੱਲ ਬੁਝਾ ਦਿੰਦਾ, ਉਹਨੂੰ ਸਮਝ ਆ ਜਾਂਦੀ ਹੈ। ਮਨ ਮੁਖ ਕਰੇ ਸਿਰ ਹੋਵੇ। ਪਰ ਜਿਨ੍ਹਾਂ ਨੂੰ ਮਨਮੁਖ ਬਣਾ ਦਿੰਦਾ ਹੈ, ਉਹ ਮਨਮੁਖਤਾ ਕਾਰਨ ਉਹਨਾਂ ਨੂੰ ਜ਼ਿੰਦਗੀ ਵਿੱਚ ਰੋਣ ਧੋਣੀ ਪਿਆ ਰਹਿੰਦਾ, ਉਹ ਗੱਲ ਨਹੀਂ ਸਮਝ ਸਕਦੇ। ਕਈ ਲੋਕ ਕਹਿ ਦਿੰਦੇ ਹਨ ਜੀ ਸਰੀਰ ਵਿੱਚ ਕੋਈ ਰੂਹ ਨਹੀਂ ਹੁੰਦੀ, ਕੋਈ ਆਤਮਾ ਨਹੀਂ ਹੁੰਦੀ, ਕਿਦੋਂ ਨਹੀਂ ਆਉਂਦੀ, ਕਿਦੋਂ ਨਹੀਂ ਜਾਂਦੀ। ਪਰ ਇਹ ਪੰਕਤੀ ਦੇਖੋ, ਸੰਜੋਗ ਵਿਜੋਗ ਤੁਰੂ ਹੀ ਹੁਆ। ਇਹ ਸੰਜੋਗ ਮਿਲਾਪ ਹੋ ਜਾਣਾ, ਵਿਜੋਗ ਮੁੜ ਕੇ ਵਿਛੜ ਜਾਣਾ ਸਰੀਰਾਂ ਨਾਲੋਂ ਆਤਮਾ ਦਾ, ਇਹ ਤੁਰ ਦਰਗਾਹ ਤੋਂ ਹੀ। ਇਹ ਰੱਬੀ ਹੁਕਮ ਅਨੁਸਾਰ ਕੋਈ ਕਿਤਨੀ ਦੇਰ ਸਰੀਰ ਧਾਰਨ ਕਰਕੇ ਰੱਖਦਾ, ਜੀਵ ਆਤਮਾ ਕਿਤਨੀ ਦੇਰ ਚਲਾ ਜਾਂਦਾ। ਪੰਜ ਧਾਤ ਕਰ ਪੁਤਲਾ ਕੀਆ। ਇਹਨਾਂ ਪੰਜਾਂ ਧਾਤਾਂ ਦਾ ਪੰਜਾਂ ਤੱਤਵਾਂ ਕਰਦਾ ਇਹ ਸਰੀਰ ਦਾ ਪੁਤਲਾ ਤਿਆਰ ਹੁੰਦਾ ਹੈ। ਮਾਤਾ ਪਿਤਾ ਸੰਯੋਗ ਰਾਹੀਂ ਇਹ ਤੱਤਵ ਜੁੜਦੇ ਨੇ। ਸ਼ਾਹ ਹੈ ਕਹਿ ਫਰਮਾਇੜੇ ਜੀ, ਦੇਹੀ ਵਿੱਚ ਜੀਉ ਆਏ ਪਿਆ। ਸ਼ਾਹ ਭਾਵ ਉਹ ਜਿਹੜਾ ਸਾਰੀ ਦੁਨੀਆ ਦਾ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਹੈ। ਕਹਿ ਫਰਮਾਇੜ ਹੈ ਭਾਵ ਉਹਦੇ ਹੁਕਮ ਅਨੁਸਾਰ ਜੀ ਦੇਹੀ ਵਿੱਚ ਇਸ ਪੰਜ ਤੱਤਵੀ ਸਰੀਰ ਦੇ ਵਿੱਚ ਜੀਉ ਆਏ ਪਿਆ। ਰੱਬ ਦੇ ਹੁਕਮ ਨਾਲ ਫਿਰ ਵਿੱਚ ਜੀਵ ਜਿਹੜਾ ਹੈ, ਜੀਵ ਆਤਮਾ ਆ ਕੇ ਪਿਆ, ਜਿਸ ਦੇ ਸਰੀਰ ਵਿੱਚ ਰਹਿੰਦਿਆਂ ਸਰੀਰ ਦੀ ਹੋਂਦ ਕਾਇਮ ਰਹਿੰਦੀ ਹੈ। ਜਿਸ ਦਾ ਸਰੀਰ ਤੇ ਆ ਗਿਆ, ਸਰੀਰ 'ਚੋਂ ਨਿਕਲ ਗਿਆ, ਫਿਰ ਇਹ ਸਰੀਰ ਮਿੱਟੀ ਦੀ ਢੇਰੀ ਰਹਿ ਜਾਂਦਾ। ਤੋ ਉਹ ਜੀਵ ਆਤਮਾ ਜਿਹੜਾ ਹੈ ਉਹ ਪਰਮਾਤਮਾ ਦਾ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟਾ ਨਾ ਮਨਸ। ਇਹ ਰਾਮ ਦੀ ਅੰਸ਼, ਪਰਮਾਤਮਾ ਦਾ ਅੰਸ਼ ਹੈ, ਉਹਦਾ ਹਿੱਸਾ ਹੈ, ਉਹਦਾ ਅੰਗ ਹੈ ਇਹ ਆਤਮਾ। ਔਰ ਉਸ ਨੂੰ ਕਿਹਾ ਪਰਮਾਤਮਾ। ਆਤਮਾ ਸਰੀਰ ਦੇ ਵਿੱਚ ਸਮਾਈ ਹੋਈ ਹੈ। ਪਰਮਾਤਮਾ ਹਰ ਪਾਸੇ ਸਰਵ ਵਿਆਪਕ ਜੋਤ ਹੈ, ਜੋ ਇਹਨਾਂ ਅੱਖਾਂ ਨਾਲ ਅਸੀਂ ਦੇਖਦੇ ਨਹੀਂ ਹਾਂ, ਮਹਿਸੂਸ ਕਰਦੇ ਹਾਂ ਮਨ ਬੁੱਧੀ ਰਾਹੀਂ। ਉਹ ਵੀ ਗੁਰੂ ਅਨੁਸਾਰ ਬੁੱਧੀ, ਗੁਰੂ ਦੀ ਮਤ ਮਨ ਵਿੱਚ ਆ ਜਾਵੇ ਤਾਂ ਉਹ ਮਹਿਸੂਸ ਹੁੰਦਾ ਹੈ। ਜਿਵੇਂ ਨੱਕ ਸਾਫ਼ ਹੋਵੇ ਤਾਂ ਖੁਸ਼ਬੂ ਬਦਬੂ ਮਹਿਸੂਸ ਹੁੰਦੀ ਹੈ, ਨੱਕ ਬੰਦ ਹੋਵੇ ਤਾਂ ਖੁਸ਼ਬੂ ਬਦਬੂ ਵੀ ਮਹਿਸੂਸ ਨਹੀਂ ਹੁੰਦੀ। ਪਰ ਇਹ ਸੰਸਾਰ ਦਿਸਦਾ ਹੈ। ਇਨਸਾਨ ਦਾ ਮੋਹ ਦਿਸਦੇ ਸੰਸਾਰ ਨਾਲ ਪੈਂਦਾ ਹੈ। ਅਣਦਿਸਦੀ ਦੁਨੀਆ ਨਾਲ ਇਨਸਾਨ ਦਾ ਮੋਹ ਪੈਣਾ ਬੜਾ ਮੁਸ਼ਕਿਲ ਹੈ। ਬਿਨ ਦੇਖੇ ਉਪਜੈ ਨਹੀਂ ਆਸਾ। ਕਿਸੇ ਚੀਜ਼ ਨੂੰ ਦੇਖਣ ਤੋਂ ਬਿਨਾਂ ਉਹਦੇ ਬਾਰੇ ਆਸ ਪੈਦਾ ਨਹੀਂ ਹੁੰਦੀ, ਤਾਂਘ ਪੈਦਾ ਨਹੀਂ ਹੁੰਦੀ। ਜੋ ਦਿਸੈ ਸੋ ਹੋਏ ਬਿਨਾਸਾ। ਪਰ ਇਹ ਵੀ ਸੱਚ ਹੈ ਕਿ ਜਿਹੜਾ ਇਹ ਸੰਸਾਰ ਦਿਸ ਰਿਹਾ ਹੈ ਇਹ ਹੋਏ ਬਿਨਾਸਾ, ਬਿਨਸਨਹਾਰ ਹੈ, ਸਭ ਨਾਸ਼ਵਾਨ ਹੈ। ਇਸ ਲਈ ਦਿਸਦੇ ਸੰਸਾਰ ਨਾਲ ਪਿਆਰ, ਦਿਸਦੇ ਸੰਸਾਰ ਨਾਲ ਮੋਹ, ਦਿਸਦੇ ਸੰਸਾਰ 'ਚੋਂ ਕਿਸੇ ਚੀਜ਼ ਦੀ ਬੰਦਗੀ ਕਰਨੀ, ਇਹ ਸਿੱਖ ਧਰਮ ਦਾ ਮਨੋਰਥ ਨਹੀਂ ਹੈ। ਸਿੱਖ ਧਰਮ ਦੇ ਇਹ ਸਿਧਾਂਤ ਨਹੀਂ ਹਨ ਕਿ ਕਿਸੇ ਦਿਸਦੀ ਚੀਜ਼ ਦੀ ਪੂਜਾ ਕੀਤੀ ਜਾਏ, ਦਿਸਦੀ ਚੀਜ਼ ਦੀ ਸੁਰਤੀ ਲਗਾਈ ਜਾਏ। ਬਲਕਿ ਉਹ ਰੱਬੀ ਹਸਤੀ ਜਿਹੜੀ ਸਰੀਰ ਵਿੱਚ ਬੈਠੀ ਆਤਮਾ ਦਿਸਦੀ ਨਹੀਂ, ਆਉਂਦੀਆਂ ਜਾਂਦੀਆਂ ਦਿਸਦੀ ਨਹੀਂ, ਸਰਵ ਵਿਆਪਕ ਪਰਮਾਤਮਾ ਦੀ ਜੋ ਦਿਸਦੀ ਨਹੀਂ, ਉਸ ਨੂੰ ਮਹਿਸੂਸ ਕਰਕੇ ਉਸ ਦੀ ਹਾਜ਼ਰੀ ਵਿੱਚ ਉਹਦੀ ਪਹਿ ਭਾਵਨਾ 'ਚ ਰਹਿ ਕੇ ਜੀਵਨ ਗੁਜ਼ਾਰਿਆ ਜਾਏ ਤਾਂ ਕਿ ਸਾਡੇ ਕਰਮ ਜਿਹੜੇ ਅਨਸ਼ੁੱਧ ਹੋ ਜਾਣ। ਤੋ ਜਿਤਨੀ ਦੇਰੀ ਸੁਰਤੀ ਇਸ ਦਿਸਦੇ ਸੰਸਾਰ ਵਿੱਚ ਹੈ, ਮਾਇਆ ਵਿੱਚ ਹੈ, ਇਤਨੀ ਦੇਰੀ ਦੇ ਫੁਰਨੇ ਉੱਠਦੇ ਨੇ, ਆਸਾਂ ਮਨਸਾਂ ਉੱਠਦੀਆਂ ਨੇ, ਤਾਂਘ ਪੈਦਾ ਹੁੰਦੀ ਹੈ। ਇਹਨਾਂ ਲਈ ਜਲਨ ਵੀ ਪੈਦਾ ਹੋਏਗੀ। ਇਹਨਾਂ ਦੀ ਪ੍ਰਾਪਤੀ 'ਤੇ ਖੁਸ਼ੀ ਹਰਖ, ਇਹਨਾਂ ਦੇ ਵਿਜੋਗ ਵਿੱਚ ਵਿਜੋਗ ਦੁੱਖ ਉਹ ਵੀ ਵਿਆਪਦੇ ਰਹਿੰਦੇ ਨੇ। ਸੁਣ ਅਵਸਥਾ ਜਿਹੜੀ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਹੈ, ਜਿੱਥੇ ਕੋਈ ਤਾਂਘ ਨਹੀਂ, ਕੋਈ ਆਸ ਉਮੀਦ ਨਹੀਂ, ਕੋਈ ਮਨਸ਼ਾ ਨਹੀਂ, ਕੋਈ ਕਿਸੇ ਚੀਜ਼ ਲਈ ਤੜਪ ਨਹੀਂ, ਕੋਈ ਕਲਪਨਾ ਨਹੀਂ। ਜਿਹੜੀ ਨਿਰੰਕਾਰ ਅਫੁਰ ਅਵਸਥਾ, ਜਿੱਥੇ ਮਾਇਆ ਦੇ ਕੋਈ ਫੁਰਨੇ ਹੀ ਨਹੀਂ ਉੱਠਦੇ, ਮਾਇਆ ਨੇ ਫੁਰਨੇ ਤੋਂ ਨਿਰਲੇਪ ਹੋ ਜਾਂਦਾ ਹੈ ਬੰਦਾ ਜਿਤਨੀ ਦੇਰੀ ਇਹ ਸੰਸਾਰ ਦੇ ਵਿੱਚ ਦਿਸਦੇ ਸੰਸਾਰ ਨੂੰ ਮੇਰਾ ਮੇਰੇ ਕਰੀ ਫਿਰਦਾ, ਮੇਰਾ ਘਰ, ਮੇਰੀ ਜ਼ਿੰਮੇਵਾਰੀ, ਮੇਰਾ ਬਿਜ਼ਨਸ, ਮੇਰੇ ਬੱਚੇ, ਮੇਰੀ ਮਾਂ ਬਾਪ, ਮੇਰੇ ਪਤੀ ਪਤਨੀ, ਅਸੀਂ ਮੇਰਾ ਕਰ ਬਿੱਲ ਲਾਹੀਂ, ਮੇਰਾ ਕਰਕੇ ਬਿੱਲ ਆਉਂਦਾ ਰਹਿੰਦਾ, ਤੜਪਦਾ ਰਹਿੰਦਾ ਇਹਨਾਂ ਪਿੱਛੇ। ਪਰ ਮਰਨ ਹਾਰੇ ਜੀਅਰਾ ਨਹੀਂ। ਜਿਹੜਾ ਇਸ ਦਾ ਅਸਲ ਰੂਪ ਹੈ ਉਹ ਜੀਅਰਾ ਹੈ, ਜੀਵ ਆਤਮਾ ਜਿਹੜਾ ਦੇਹੀ ਵਿੱਚ ਜੀਉ ਆਏ ਪਿਆ। ਉਹ ਮਰਨ ਵਾਲੀ ਚੀਜ਼ ਨਹੀਂ, ਮਰਨ ਹਾਰ ਇਹ ਜੀਅਰਾ ਨਹੀਂ, ਉਹ ਜੀਵ ਆਤਮਾ ਮਰਦਾ ਨਹੀਂ। ਚਾਹੀਦਾ ਤਾਂ ਸੀ ਇਨਸਾਨ
ਉਸ ਪਰਮਾਤਮਾ ਉਸ ਜੀਵਾਤਮਾ ਦੇ ਨਾਲ ਜੁੜਦਾ। ਦਰਅਸਲ ਜਿਹੜੀ ਗੁਰਮਤਿ ਵਿੱਚ ਮੁਕਤੀ ਦਾ ਸਿਧਾਂਤ ਹੈ, ਇਹ ਦੋ ਤਰ੍ਹਾਂ ਦਾ ਹੈ। ਇੱਕ ਸੰਸਾਰੀ ਮੋਹ ਮਾਇਆ ਤੋਂ ਮੁਕਤੀ, ਹਉਮੈ ਤੋਂ ਮੁਕਤੀ, ਵਿਕਾਰਾਂ ਤੋਂ ਮੁਕਤੀ। ਇਹ ਮੁਕਤੀ ਜਿਉਂਦੇ ਜੀ ਪ੍ਰਾਪਤ ਕਰਦਾ ਹੈ ਬੰਦਾ। ਜਿਉਂਦੇ ਜੀ ਮਨ ਅਫੁਰ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਪਰਮਾਤਮਾ ਵਿੱਚ ਸਮਾ ਕੇ ਆਪਣਾ ਅਸਲਾ ਪਛਾਣ ਕੇ। ਤੋ ਇਹ ਦੁਨੀਆਦਾਰੀ ਮੋਹ ਮਾਇਆ 'ਚੋਂ ਸੁਰਤੀ ਨੂੰ ਉੱਪਰ ਚੁੱਕਦਾ ਹੈ। ਇਹ ਜਦੋਂ ਇਸ ਪਾਸੋਂ ਮੁਕਤ ਹੋ ਜਾਂਦਾ ਹੈ ਔਗਣਾ ਵਿਕਾਰਾਂ ਤੋਂ, ਅਤੇ ਰੱਬੀ ਗੁਣ ਰੱਬੀ ਨਿਯਮ ਹੁਕਮ ਵੀ ਤੁਰਨ ਦੀ ਇਸ ਨੂੰ ਜਾਚ ਆ ਜਾਂਦੀ ਹੈ। ਇੱਕ ਇਹ ਮੁਕਤੀ ਹੈ। ਦੂਸਰੀ ਜਿਹੜੀ ਇੱਕ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਸਦੀਵੀ ਮੁਕਤੀ, ਉਹ ਹੈ ਜਨਮ ਮਰਨ ਦੇ ਗੇੜ ਤੋਂ ਮੁਕਤੀ। ਹੁਣ ਅੱਜ ਸਾਡੇ ਬਹੁਤ ਸਾਰੇ ਵਿਦਵਾਨ ਦੇ ਜਨਮ ਮਰਨ ਹੀ ਮੰਨਣ ਨੂੰ ਤਿਆਰ ਨਹੀਂ ਹੁੰਦੇ, ਕਹਿੰਦੇ ਨਹੀਂ ਜੀ ਇਹ ਜਨਮ ਮਰਨ ਦਾ ਇਹ ਜੂਨਾ ਸਿਸਟਮ ਨਹੀਂ ਹੈ। ਪਰ ਗੁਰਮਤਿ ਇਸ ਦੀ ਹਾਮੀ ਭਰਦੀ। ਅਸੀਂ ਸ਼ਾਇਦ ਇਹ ਵਿਸ਼ਾ ਲੈ ਚੁੱਕੇ ਹਾਂ ਆਵਾਗਾਉਣ ਵਾਲਾ, ਕਿ ਇਹ ਜੋਤ ਜਿਹੜੀ ਅੱਜ ਇਸ ਦੇਹੀ ਵਿੱਚ ਹੈ, ਇਹ ਕੱਲ੍ਹ ਇਸ ਦੇਹੀ ਨੂੰ ਤਿਆਗਣ ਤੋਂ ਉਪਰੰਤ ਇਹਦੀਆਂ ਜਿਤਨੀ ਇੱਕ ਦਾਸ ਨੂੰ ਸਮਝ ਆਈ ਹੈ ਗੁਰਬਾਣੀ ਵਿੱਚੋਂ, ਉਹ ਤਿੰਨ ਹੀ ਹਾਲਤਾਂ ਬਣ ਸਕਦੀਆਂ ਨੇ। ਇੱਕ ਤਾਂ ਹੈ ਜੇ ਇਹ ਸੁਣ ਅਵਸਥਾ ਉਸਨੇ ਜਿਉਂਦੇ ਜੀ ਪ੍ਰਾਪਤ ਕਰ ਲਈ, ਜੋ ਪਰਮਾਤਮਾ ਦੀ ਅਸਲ ਰੂਪ ਹੈ, ਅਸਲ ਸੁਣ ਅਵਸਥਾ ਹੈ। ਆਤਮਾ ਪਰਾਤਮਾ ਦੇ ਸੁਮੇਲ ਵਾਲੀ ਅਵਸਥਾ ਪ੍ਰਾਪਤ ਹੋ ਗਈ। ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਫਿਰ ਪ੍ਰਭੂ ਦੀ ਜੋਤ ਵੀ ਜਾ ਕੇ ਇਹ ਜੋਤ ਲੀਨ ਹੋ ਜਾਂਦੀ ਹੈ। ਮੁੜ ਕੇ ਜਨਮ ਮਰਨ ਦਾ ਗੇੜ ਵਿੱਚ ਇਸ ਵਿਸ਼ੇਸ਼ ਜੋਤ ਨੂੰ ਆਉਣ ਦੀ ਲੋੜ ਨਹੀਂ। ਇਹ ਪਹਿਲੀ ਇਸ ਨੂੰ ਹੈ ਮੈਂ ਕਹਾਂਗਾ ਸੰਪੂਰਨ ਮੁਕਤੀ। ਔਰ ਇਹ ਅਵਸਥਾ ਮਰਨ ਉਪਰੰਤ ਪ੍ਰਾਪਤ ਨਹੀਂ ਹੁੰਦੀ। ਜਿਉਂਦੇ ਜੀ ਪਹਿਲੇ ਸੰਸਾਰ ਵੱਲੋਂ ਮੁਕਤ, ਜਿਸ ਮੁਕਤੀ ਦੀ ਮੈਂ ਪਹਿਲੀ ਗੱਲ ਕੀਤੀ ਵੀ ਸੰਸਾਰ ਵਿੱਚ ਮੁਕਤ ਹੋਣਾ, ਜਿਉਂਦੇ ਜੀ ਮੁਕਤ ਹੋਣਾ। ਜੀਵਨ ਮੁਕਤ ਜਿਸ ਨੇ ਪ੍ਰਾਪਤ ਕਰ ਲਈ, ਉਹ ਸਰੀਰ ਤੇ ਆ ਗਿਆ ਪਰਮਾਤਮਾ ਵਿੱਚ ਸਮਾ ਸਕਦਾ ਹੈ, ਇੱਕ ਜੋਤ ਹੋ ਸਕਦਾ ਹੈ, ਔਰ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਸਕਦਾ ਸਦਾ ਵਾਸਤੇ। ਇਹ ਹੈ ਅਸਲ ਮੁਕਤੀ, ਜਿਸ ਨੂੰ ਕਿਹਾ ਜਾਂ ਗਤੀ, ਜਿਹਨੂੰ ਕਹਿੰਦੇ ਬੰਦੇ ਦੀ ਗਤੀ ਹੋ ਗਈ। ਦੂਜੀ ਅਵਸਥਾ ਹੈ ਕਿ ਇਹ ਪ੍ਰਾਪਤੀ ਨਾ ਹੋਈ ਅਤੇ ਜਨਮ ਮਰਨ ਦਾ ਗੇੜ ਮੁੜ ਸ਼ੁਰੂ ਹੋ ਗਿਆ। ਕਿਸੇ ਵੀ ਜੂਨ ਵਿੱਚ ਕੋਈ ਜੂਨ ਤੁਸੀਂ ਮਿਲ ਗਈ। ਐਸੇ ਸਬੂਤ ਵੀ ਮਿਲੇ ਨੇ ਅੱਜ ਦੇ ਸਮਾਜ ਵਿੱਚ ਵੀ, ਐਸੇ ਸਬੂਤ ਮਿਲੇ ਨੇ ਕਿ ਕਈਆਂ ਬੰਦਿਆਂ ਨੇ ਇੱਕ ਸਰੀਰ ਤੇ ਆ ਕੇ ਜਦੋਂ ਦੂਜਾ ਸਰੀਰ ਧਾਰਨ ਕੀਤਾ, ਉਹਨਾਂ ਨੂੰ ਪਹਿਲੇ ਸਰੀਰ ਦੀ ਸੁਰਤ ਰਹੀ। ਉਹਨੇ ਇੱਥੇ ਤੱਕ ਦੱਸਿਆ ਮੈਂ ਪਹਿਲੇ ਕਿੱਥੇ ਸਾਂ, ਕਿੱਥੇ ਮੇਰਾ ਜਨਮ ਹੋਇਆ ਸੀ, ਮੇਰੇ ਮਾਤਾ ਪਿਤਾ ਕੌਣ ਸਨ, ਮੇਰੇ ਭੈਣ। ਬਾਕਾਇਦਾ ਉੱਥੇ ਜਾ ਕੇ ਪੜਤਾਲ ਕੀਤੀ ਗਈ ਕਿ ਹਾਂ ਬਿਲਕੁਲ ਇਹੋ ਜਿਹੇ ਵਾਕਿਆ ਹੁਣ ਵਿੱਚ ਆਉਂਦੇ ਨੇ। ਔਰ ਇਹ ਚੀਜ਼ਾਂ ਮੰਨਣੀਆਂ ਪੈਣਗੀਆਂ ਕਿ ਇਹ ਜਿਹੜੀ ਆਵਾਗਮਨ ਗੁਰਬਾਣੀ ਇਸ ਦੀ ਹਮਾਇਤ ਕਰਦੀ ਹੈ। ਆਵਾਗਮਨ ਹੈ ਗੁਰਬਾਣੀ ਅਨੁਸਾਰ, ਤੁਸੀਂ ਆਵਾਗਮਨ ਨੂੰ ਨਕਾਰ ਨਹੀਂ ਸਕਦੇ। ਇਸ ਲਈ ਇਹ ਜਿਹੜਾ ਜੀਵ ਆਤਮਾ ਸਰੀਰ ਤੇ ਆ ਗਿਆ, ਕਿਸੇ ਦੂਜੇ ਸਰੀਰ ਨੂੰ ਧਾਰਨ ਕਰਦਾ ਹੈ। ਇਸ ਸਰੀਰ ਵਿੱਚ ਰਹਿ ਕੇ ਜਿਹੜੇ ਇਸ ਦੇ ਮਨ ਨੇ ਸੰਸਕਾਰ ਇਕੱਠੇ ਕੀਤੇ ਹੁੰਦੇ ਨੇ, ਜੋ ਆਦਤਾਂ ਸੁਭਾਅ ਸੰਸਕਾਰ ਇਕੱਠੇ ਕੀਤੇ ਨੇ, ਉਹ ਉੱਥੇ ਨਵੇਂ ਮਿਲੇ ਸਰੀਰ ਫਿਰ ਜਾ ਕੇ ਜਾਗਰਤ ਹੋ ਜਾਂਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਪੂਰਬਲੇ ਕਰਮ। ਫਿਰ ਉਸ ਪੂਰਬਲੇ ਸੁਭਾਅ ਇਸ ਵਾਸਤੇ ਅਸੀਂ ਦੇਖਦੇ ਹਾਂ, ਕੋਈ ਬੱਚਾ ਜੰਮਦੇ ਹੀ ਬੜਾ ਸ਼ਰੀਫ ਹੈ, ਕੋਈ ਜੰਮਦਿਆਂ ਹੀ ਬੜਾ ਚਤਰ ਚਲਾਕ ਹੈ, ਏਰਾ ਫੇਰੀਆਂ ਝੂਠ ਪਖੰਡ। ਉਹ ਉਸਨੇ ਕਿੱਥੋਂ ਸਿੱਖ ਲਿਆ? ਅਜੇ ਤਾਂ ਕੋਈ ਖਾਸ ਸੰਗਤ ਨਹੀਂ ਹੋਈ। ਹੁਣ 4-5 ਸਾਲ 8 ਸਾਲ ਦੇ ਬੱਚੇ ਨੇ ਕਿਹੜੀ ਚੋਰਾਂ ਠੱਗਾਂ ਦੀ ਸੰਗਤ ਕਰ ਲਈ ਸੀ ਅਜੇ? ਉਹਦਾ ਸੁਭਾਅ ਐਸਾ ਕਿਉਂ ਹੈ? ਜਾਂ 2-4 ਸਾਲ ਦੇ ਬੱਚੇ ਨੇ ਜਿਸਨੇ ਅਜੇ ਤੱਕ ਕੋਈ ਸਤਸੰਗਤ ਪ੍ਰਾਪਤ ਨਹੀਂ ਕੀਤੀ, ਕੋਈ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਕੋਈ ਪ੍ਰਭੂ ਰੂਪ ਨੂੰ ਅਨੁਭਵ ਨਹੀਂ ਕੀਤਾ, ਉਹ ਉੱਚ ਸੁੱਚੇ ਜੀਵਨ ਦਾ ਮਾਲਕ ਕਿਵੇਂ ਬਣ ਗਿਆ? ਇਹ ਹਨ ਪਿਛਲੇ ਸੰਸਕਾਰ, ਜਿਹੜੇ ਜਦੋਂ ਨਵਾਂ ਸਰੀਰ ਮਿਲਦਾ ਹੈ ਅਤੇ ਉਹਦੇ ਵਿੱਚ ਆਤਮਾ ਉਹੀ ਹੁੰਦੀ ਹੈ, ਮਨ ਵੀ ਉਹ ਜਾਗਰਤ ਹੋ ਜਾਂਦਾ ਉੱਥੇ। ਕਈ ਲੋਕ ਕਹਿੰਦੇ ਨੇ ਜੀ ਆਤਮਾ ਜਨਮ ਨਹੀਂ ਲੈਂਦੀ, ਆਤਮਾ ਦੇ ਪਰਮਾਤਮਾ ਲੈ ਜਾਂਦੀ, ਮਨ ਜਨਮ ਨਹੀਂ ਲੈ ਸਕਦਾ। ਮਨ ਜਿਹੜਾ ਹੈ ਸਰੀਰ ਆਤਮਾ ਦੇ ਸੁਮੇਲ ਵਿੱਚ ਖਿਆਲਾਂ, ਵਿਚਾਰਾਂ, ਸੰਸਕਾਰਾਂ, ਸੁਭਾਅ ਦਾ ਜਿਹੜਾ ਸਮੂਹ ਹੈ, ਇਸ ਨੂੰ ਮਨ ਕਿਹਾ ਗਿਆ। ਇਹ ਕੋਈ ਫਿਜ਼ੀਕਲ ਪਾਰਟ ਆਫ ਬਾਡੀ ਨਹੀਂ ਹੈ, ਜਿਸਮ ਦਾ ਅੰਗ ਨਹੀਂ ਹੈ। ਦਿਮਾਗ ਜਿਸਮ ਦਾ ਅੰਗ ਹੈ। ਦਿਮਾਗ ਵਿੱਚ ਜਿਹੜੇ ਉੱਠਦੇ ਫੁਰਨੇ ਨੇ, ਖਿਆਲ ਨੇ, ਵਿਚਾਰ ਨੇ, ਚੰਗੇ ਜਾਂ ਮਾੜੇ, ਉਹ ਮਨ ਹੈ। ਤਾਂ ਉਹ ਜਿਹੜਾ ਮਨ ਹੈ ਉਹ ਸਰੀਰ ਤੇ ਆ ਗਿਆ। ਜੇ ਜੋਤੀ ਜੋਤ ਲੀਨ ਹੋ ਗਿਆ ਤਾਂ ਮਨ ਵੀ ਪ੍ਰਭੂ 'ਚ ਲੀਨ ਹੋ ਗਿਆ। ਜੇ ਦੂਜਾ ਸਰੀਰ ਧਾਰਨ ਕਰ ਲਿਆ ਤਾਂ ਉਹ ਮਨ ਫਿਰ ਪ੍ਰਗਟ ਹੋ ਗਿਆ। ਉਹ ਉੱਥੇ ਆ ਕੇ ਆਪਣਾ ਪਿਛਲਾ ਸੁਭਾਅ, ਜਿਸ ਨੂੰ ਕਹਿੰਦੇ ਨੇ ਪੂਰਬਲੇ ਕਰਮ ਅਨੁਕੁਰ ਜਬ ਪ੍ਰਗਟ ਹੈ, ਉਹ ਪੂਰਬਲੇ ਕਰਮ ਫਿਰ ਪ੍ਰਗਟ ਹੋ ਜਾਂਦੇ ਨੇ ਮੁੜ ਕੇ। ਫਿਰ ਉਹ ਸੁਭਾਅ ਬੰਦੇ ਨੂੰ ਪ੍ਰੇਰਦਾ ਉਸੇ ਕਿਸੇ ਨੂੰ ਕਰਮ ਮੁੜ ਕੇ ਕਰਨ ਨੂੰ। ਤੋ ਜੀਵਨ ਦੀ ਕਮਾਈ ਇਹੋ ਹੀ ਹੈ ਕਿ ਜੀਵਨ 'ਚ ਅਸੀਂ ਸਾਡੇ ਜਿਹੜੇ ਪੂਰਬਲੇ ਕਰਮ ਜਿਹੜੇ ਸਾਨੂੰ ਗਲਤ ਪਾਸੇ ਪ੍ਰੇਰਦੇ ਨੇ, ਉਹ ਗੁਰੂ ਦੀ ਬਾਣੀ ਦੀ ਆਸਰਾ ਲੈ ਕੇ ਉਸ ਤੋਂ ਬਚੀਏ, ਉਹਨਾਂ ਮਾੜੇ ਕਰਮਾਂ ਤੋਂ ਪਰਹੇਜ਼ ਕਰੀਏ, ਮਨ ਨੂੰ ਰੋਕੀਏ, ਡੱਕੀਏ। ਇਸ ਨੂੰ ਮਨ ਸਾਧਨਾ ਪੈਂਦਾ। ਜੋ ਕੀਆ ਸੋ ਮਨ ਕੀਆ। ਮਨ ਹੀ ਸਾਰੇ ਕਰਤੂਤਾਂ ਸਰੀਰ ਕੋਲੋਂ ਕਰਵਾਉਂਦਾ ਹੈ।
ਤੇ ਮਨ ਜੀਤੈ ਜਗ ਜੀਤ। ਮਨ ਜਿੱਤਿਆ ਗਿਆ, ਮਨ ਵਸ ਆ ਗਿਆ ਤੇ ਸਭ ਕੁਝ ਸੰਸਾਰ ਵਸ ਆ ਗਿਆ। ਇਸ ਮਨ ਨੂੰ ਸਾਧ ਕੇ ਜਦੋਂ ਸਰੀਰਕ ਕਰਮ ਸਾਡੇ ਪਵਿੱਤਰ ਨਿਰਮਲ ਕਰਮ ਹੋ ਜਾਣਗੇ, ਉਹ ਜੀਵਨ ਧਰਮੀ ਜੀਵਨ ਹੈ। ਮਨ ਪਰਮਾਤਮਾ ਵਿੱਚ ਲੀਨ ਹੈ, ਆਤਮਿਕ ਜੋਤ ਪਰਮ ਜੋਤ ਨੂੰ ਮਹਿਸੂਸ ਕਰ ਰਹੀ ਹੈ, ਔਰ ਸਰੀਰ ਪਰਮ ਜੋਤ ਦੀ ਰਹਿਬਰੀ ਵਿੱਚ ਰੱਬੀ ਹੁਕਮ ਦੇ ਵਿੱਚ ਭਾਣੇ ਵਿੱਚ ਜੀਵਨ ਜੀਵ ਰਿਹਾ ਹੈ। ਤੋ ਐਸਾ ਜੀਵਨ ਜਿਹੜਾ ਆਪਣੇ ਆਪ ਨੂੰ ਸਰੀਰ ਨਾ ਸਮਝੇ, ਆਤਮਾ ਸਮਝੇ, ਸਰੀਰ ਨੂੰ ਕੇਵਲ ਚੋਲਾ ਸਮਝੇ, ਇਹ ਕੱਪੜ ਰੂਪ ਸੁਹਾਵਣਾ ਚੜ ਦੁਨੀਆ ਅੰਦਰ ਜਾਵਣਾ, ਇਹ ਤੇ ਚੋਲਾ ਇੱਥੇ ਲਾ ਕੇ ਚਲੇ ਜਾਣਾ ਜੀਵਾਤਮਾ ਨੇ, ਉਸਨੇ ਮਰਨਾ ਨਹੀਂ ਹੈ। ਜੀਵਾਤਮਾ ਮਰਨ ਵਾਲੀ ਚੀਜ਼ ਨਹੀਂ। ਅਸੀਂ ਵਿਚਾਰ ਰਹੇ ਹਾਂ ਮਰਨ ਹਰ ਇਹ ਜੀਰਨਾ ਹੀ। ਤੋ ਸੁਨ ਸੁਮਾਦ ਅਨੰਤ ਨਾਦ, ਇਹ ਜਿਹੜੀ ਸੁਨ ਸੁਮਾਦ ਹੈ ਉਹ ਇਤਨੀ ਆਨੰਦ ਵਾਲੀ ਅਵਸਥਾ ਹੈ ਕਿ ਮਾਨੋ ਉੱਥੇ ਅਣਹਤ ਨਾਦ ਵਜ ਰਹੇ ਨੇ। ਇੱਕ ਰਸ ਸਵਾਦ, ਇੱਕ ਰਸ ਆਨੰਦ, ਉਹ ਬੇਗਮਪੁਰਾ ਸ਼ਹਿਰ ਕੋ ਨੌ ਵਾਲੀ ਅਵਸਥਾ ਬਣੀ ਰਹਿੰਦੀ ਹੈ। ਕਹਿ ਨਾ ਜਾਈ ਅਚਰਜ ਬਿਸਮਾਦ, ਬੜੀ ਅਚਰਜ ਅਵਸਥਾ ਹੈ, ਬਿਸਮਾਦ ਅਵਸਥਾ ਹੈ, ਜਿੱਥੇ ਪਰਮਾਤਮਾ ਦੀ ਮਹਿਮਾ ਵੇਖ ਵੇਖ ਕੇ ਉਸਨੂੰ ਮਹਿਸੂਸ ਕਰ ਕਰਕੇ ਬੰਦਾ ਇੱਕ ਹੈਰਾਨਕੁਨ ਆਨੰਦਮਈ ਅਵਸਥਾ ਵਿੱਚ ਪਹੁੰਚਦਾ ਹੈ। ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੂਝੀ ਪਾਏ। ਪਰ ਇਹ ਅਵਸਥਾ, ਇਹ ਰੂਪ ਪ੍ਰਭੂ ਦਾ ਉਹੀ ਦੇਖਦਾ ਹੈ ਜਿਸ ਨੂੰ ਉਹ ਆਪ ਦਿਖਾਉਂਦਾ ਹੈ। ਉਸ ਬੰਦੇ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਮੈਂ ਕੀ ਹਾਂ, ਮੈਂ ਕਿੱਥੋਂ ਆਇਆ ਸਾਂ, ਮੇਰੀ ਕਮਾਈ ਅਸਲ ਕੀ ਹੈ। ਉਹ ਫਿਰ ਇਸ ਸੰਸਾਰੀ ਝੂਠ ਦੀ ਕਮਾਈ ਤਿਆਗ ਕੇ, ਝੂਠ ਦੀ ਕਮਾਈਆਂ ਲਈ ਜਿਹੜੇ ਉਹਦੇ ਫੁਰਨੇ ਉੱਠਦੇ ਨੇ, ਇਹਨਾਂ ਫੁਰਨਿਆਂ ਨੂੰ ਮਾਰਦਾ ਹੈ। ਉਹ ਜਿਹੜੀ ਅਵਸਥਾ ਹੈ ਜਿੱਥੇ ਮੋਹ ਮਾਇਆ ਲਈ ਕੋਈ ਫੁਰਨੇ ਨਹੀਂ ਹਨ, ਕੋਈ ਤਾਂਗ ਨਹੀਂ, ਕੋਈ ਤੜਪ ਨਹੀਂ, ਕੋਈ ਆਸਾ ਮਨਸਾ ਨਹੀਂ, ਉਹ ਅਵਸਥਾ ਹੈ ਅਫੁਰ ਅਵਸਥਾ। ਉਸਨੂੰ ਕਿਹਾ ਸੁਨ ਅਵਸਥਾ। ਕਿਉਂਕਿ ਇਹ ਸਾਡਾ ਸਰੀਰ ਸਾਡਾ ਅਸਲ ਘਰ ਨਹੀਂ ਹੈ। ਡੱਡਾ ਇਹ ਡੇਰਾ ਇਹ ਨਹੀਂ, ਜਾਂ ਡੇਰਾ ਤਾਂ ਜਾਨ। ਇਹ ਸਰੀਰ ਰੂਪੀ ਸਾਡਾ ਡੇਰਾ, ਇਹ ਸਦੀਵੀ ਡੇਰਾ ਨਹੀਂ ਹੈ। ਉਹ ਡੇਰਾ ਕਾ ਸੰਜਮ ਗੁਰ ਕਾ ਸ਼ਬਦ ਪਛਾਣ। ਉਸ ਡੇਰੇ ਦਾ ਸੰਜਮ ਕੀ ਹੈ, ਕਿਹੜੀ ਜੁਗਤੀ ਹੈ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਪਛਾਣ ਕਿ ਸੱਚੇ ਡੇਰੇ ਦਾ ਵਾਸੀ ਮੈਂ ਕਿਵੇਂ ਬਣਨਾ ਹੈ। ਇਹ ਡੇਰਾ ਕੋ ਸ਼ਰਮ ਕਰ ਘਾਲੈ, ਜਾਂ ਕਾ ਤਸੂ ਨਹੀਂ ਸੰਗ ਚਾਲੈ। ਇਹ ਸਰੀਰਕ ਡੇਰਾ ਔਰ ਘਰ ਦੇ ਡੇਰੇ ਜਿਹੜੇ ਅਸੀਂ ਘਰ ਕੋਠੇ ਬਣਾਉਂਦੇ ਹਾਂ, ਇਹਦੇ ਲਈ ਬੰਦਾ ਬੜੀ ਸ਼ਰਮ ਕਰ ਘਾਲੈ, ਬੜੀ ਮਿਹਨਤ ਕਰਕੇ ਇਹ ਬਣਾਉਂਦਾ ਹੈ। ਜਾਂ ਕਾ ਤਸੂ ਨਹੀਂ ਸੰਗ ਚਾਲੈ, ਜਿਹਦੀ ਇੱਕ ਇੱਟ ਵੀ ਨਾਲ ਨਹੀਂ ਜਾਂਦੀ। ਉਹ ਡੇਰਾ ਕੀ ਸੋ ਮਿਤ ਜਾਣੈ, ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ। ਪਰ ਉਸ ਸੱਚੇ ਡੇਰੇ ਦੀ, ਸੱਚਖੰਡ ਰੂਪੀ ਡੇਰੇ ਦੀ ਮਿਤ ਕੌਣ ਜਾਣਦਾ, ਜਾਂ ਕੋ ਦ੍ਰਿਸ਼ ਪੂਰਨ ਭਗਵਾਨ ਹੈ। ਪਰਮਾਤਮਾ ਦੀ ਪੂਰੀ ਮਿਹਰ ਨਜ਼ਰ ਕਰਮ ਹੋਵੇ ਤਾਂ ਉਹ ਜਾਣਦਾ। ਡੇਰਾ ਨਿਚਲ ਸੱਚ ਸਾਧ ਸੰਗ ਪਾਇਆ, ਉਹ ਸਦਾ ਕਾਇਮ ਰਹਿਣ ਵਾਲਾ ਡੇਰਾ, ਆਤਮਿਕ ਅਵਸਥਾ ਵਾਲਾ, ਉਹ ਸਾਧ ਸੰਗ 'ਚ ਆ ਕੇ ਪ੍ਰਾਪਤ ਹੁੰਦਾ ਹੈ। ਨਾਨਕ ਤੇ ਜਨਾਂ ਨੇ ਡੋਲਾਇਆ, ਫਿਰ ਉਹ ਮਨ ਡੋਲਦਾ ਨਹੀਂ। ਇਹ ਹੈ ਉਹ ਡੇਰਾ ਜਿੱਥੇ ਮਨ ਆਪਣੇ ਆਪੇ ਨੂੰ ਪਛਾਣਦਾ, ਆਪਣੇ ਪਰਮ ਰੂਪ ਨੂੰ ਪਛਾਣਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਨ। ਉਹ ਫਿਰ ਹਰੀ ਜੀ ਜਿਹੜਾ ਅੰਗ ਸੰਗ ਹੈ, ਫਿਰ ਉਹਨੂੰ ਬੰਦਾ ਪਛਾਣਦਾ ਹੈ। ਵਿਸ਼ਾ ਜਾਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।